ਬਾਬੇ ਨਾਨਕ ਨੇ ਹੋਰ ਕੀ ਕਿਹਾ ਵੀ ਮਲਕ ਭਾਗੋਆਂ ਦੇ ਖਿਲਾਫ ਲੜਨਾ ਹੈ, ਭਾਈ ਲਾਲੋਆਂ ਦੇ ਨਾਲ ਖੜਨਾ ਹੈ। ਬਸ ਇੰਨੀ ਤਾਂ ਗੱਲ ਹੈ ਸਾਰੀ। ਇਹ ਮਲਕ ਭਾਗੋਆਂ ਦੇ ਨਾਲ ਖੜੇ ਨੇ। ਅੱਜ ਜਿਹੜੀ ਸਰਕਾਰ ਹੈ, ਵੈਸੇ ਤਾਂ ਸਾਰੀਆਂ ਸਰਕਾਰਾਂ UPA ਨੇ ਵੀ ਇਹੀ ਕੁਛ ਕਰਿਆ ਸੀ, ਪਰ BJP ਦੀ ਸਰਕਾਰ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ, ਬਿਲਕੁਲ ਦੜ ਕੇ, ਕਾਨੂੰਨ ਦੀ ਕੋਈ ਪਰਵਾਹ ਨਹੀਂ। ਔਰ ਭਗਵਾਂ ਕਰਨ ਜਿਹਨੂੰ ਕਹਿੰਦੇ ਨੇ ਇਹ ਕਰਦੇ ਹੈ, ਉਹ ਆ ਰਿਹਾ ਵੀ ਇਹਨਾਂ ਨੇ ਹੁਣ ਸਾਰਾ ਸੰਵਿਧਾਨ ਬਦਲ ਦੇਣਾ, ਨਾ ਵੀ ਬਦਲੂ ਉਹੀ ਪਾਸ ਕਰਨਾ ਵੀ ਅਸੀਂ ਤਾਂ ਹੀ ਮੰਨਾਂਗੇ। ਪਰ ਇਹ ਸਰਕਾਰ ਆਈ ਹੈ ਤਾਂ ਵੇਚਣ ਵਾਲੀ ਹੈ, ਮਤਲਬ ਉਹਨਾਂ ਲੋਕਾਂ ਦੀ ਸਰਕਾਰ ਹੈ ਜਿਨ੍ਹਾਂ ਨੇ ਕਦੇ ਦੇਸ਼ ਤੋਂ ਆਜ਼ਾਦ ਟਕਰਾਇਆ ਨਹੀਂ ਸੀ, ਨਾ ਇਹ ਅਦਾਰੇ ਉਹਨਾਂ ਨੇ ਬਣਾਏ ਨੇ। ਇਹ ਤਾਂ ਵੇਚਣ ਵਾਲੇ ਨੇ। ਇਹ ਤਾਂ ਉਹ ਜਿਹੇ ਜਵਾਕ ਆ ਗਏ ਜਿਹੜੇ ਆਪਦੇ ਬਾਪ ਦਾਦੇ ਦੀ ਜਾਇਦਾਦ ਨੂੰ ਵੇਚੀ ਜਾਂਦੇ ਨੇ, ਨਾਲ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਨੇ ਵੀ ਉਹ ਤਾਂ ਸਿਆਣੇ ਹੈ ਹੀ ਨਹੀਂ ਸੀ, ਅਸੀਂ ਬਹੁਤ ਸਿਆਣੇ ਆ। ਅਡਾਨੀ ਦੀ ਪ੍ਰਾਪਰਟੀ 8 ਗੁਣਾ ਕਿਉਂ ਹੋ ਗਈ? ਕਿਉਂਕਿ ਬੰਦਰਗਾਹਾਂ ਦੇ ਦਿਓ, ਮੁਫਤ ਵਰਗੇ ਰੇਟ 'ਚ ਦੇ ਦਿਓ, ਟਾਟਿਆਂ ਨੂੰ ਜ਼ਮੀਨ ਦੇ ਦਿਓ, ਮੁਫਤ ਇੱਕ ਵੇਚ ਦੇ ਦਿਓ, ਫਲਾਣੇ ਨੂੰ ਦੇ ਦਿਓ। ਜੋ ਕੁਛ ਲੋਕ ਤਾਂ ਇਹ ਵੀ ਐਡੀਕੇਸ਼ਨ ਲਾਉਂਦੇ ਨੇ ਵੀ ਆਪਦੀ ਪਾਰਟੀ ਦਾ ਆਪਦਾ ਨਿੱਜੀ ਫੰਡ ਵੀ ਲੈਂਦੇ ਨੇ ਉਹਨਾਂ ਤੋਂ। ਫਿਰ ਜਿਨ੍ਹਾਂ ਦੀ ਕੱਲ੍ਹ ਨੂੰ ਵਾਰੀ ਆ ਗਈ, ਫਿਰ ਪਰਸੋਂ ਫਿਰ ਤੁਹਾਡੀ ਵਾਰੀ ਆ ਜਾਣੀ। ਕਿਸੇ ਨਾ ਕਿਸੇ ਮਹਿਕਮੇ ਨੂੰ ਟਾਰਗੇਟ ਕੀਤਾ ਜਾਊਗਾ। ਚਲੋ ਹੁਣ ਬਿਜਲੀ ਦੀ ਗੱਲ ਆ ਗਈ, ਚੰਡੀਗੜ੍ਹ ਦੀ ਵਾਰੀ ਆ ਗਈ ਹੈ, ਫਿਰ ਕੱਲ੍ਹ ਨੂੰ ਹੋਰ ਕਿਹਦੀ ਵਾਰੀ ਆ ਸਕਦੀ ਹੈ? ਦੇਖੋ ਗੱਲ ਇਹ ਹੈ ਵੀ ਪਹਿਲਾਂ ਵਾਰੀ ਤਾਂ ਕੁਛ ਦੀ ਤਾਂ ਆ ਚੁੱਕੀ ਹੈ। ਸੀਤਾਰਮਨ ਜੀ ਨੇ ਜਿਹੜਾ ਹੁਣੀ ਬਸ ਪੇਸ਼ ਕਰਿਆ ਇਸ ਸਾਲ, ਉਹ 'ਚ ਉਹਨਾਂ ਨੇ ਕਹਿਤਾ ਵੀ ਏਅਰਪੋਰਟ ਤਾਂ ਏਅਰਵੇਜ਼ ਤਾਂ ਵੇਚਦੇ ਨੇ, ਏਅਰਲਾਈਨ ਤਾਂ, ਅਤੇ ਹੁਣ LIC ਦੀ ਵਾਰੀ ਹੈ, ਅਤੇ ਉਦੋਂ ਅੱਗੇ ਬਾਕੀਆਂ ਦੀ ਤਿਆਰੀ ਹੈ। LIC ਹੁਣ ਵੇਚ ਦੇਣੀ ਹੈ, ਉਹਦੇ ਸੌਦੇ ਹੋ ਚੁੱਕੇ ਨੇ, ਅਤੇ ਬਾਕੀ ਅਗਲੇ ਸਾਰਾ ਕੁਛ ਵੇਚਦੇ ਨੇ। ਫਿਰ ਸਰਕਾਰੀ ਚੀਜ਼ ਤਾਂ ਪ੍ਰਾਈਵੇਟ ਕਰਨ ਹੋ ਰਹੀ ਹੈ, ਫਿਰ ਤਨਖਾਹਾਂ ਕਿਵੇਂ ਮਿਲਣਗੀਆਂ? ਇੱਕ ਬੱਚੇ ਨੇ ਇੰਨਾ ਪੜ੍ਹਿਆ ਹੋਊਗਾ ਕਿ 8-10 ਤਾਂ ਨੌਕਰੀ ਕਰੂਗਾ। ਜਿਹੜਾ ਪ੍ਰਾਈਵੇਟ ਹੈ, ਇੱਕ ਤਾਂ ਨੌਕਰੀਆਂ ਘਟਾ ਦਿੰਦਾ, ਦੂਜੀ ਗੱਲ ਉਹਦੇ 'ਚ ਤਨਖਾਹ ਬਹੁਤ ਘੱਟ ਦਿੰਦਾ, ਤੀਜੀ ਗੱਲ ਕੰਮ ਦੀਆਂ ਹਾਲਤਾਂ ਬੜੀਆਂ ਮਾੜੀਆਂ ਹੁੰਦੀਆਂ ਨੇ। ਕੰਮ ਦੇ ਘੰਟੇ 12-12 ਘੰਟੇ ਕੰਮ ਕਰੀ, ਜੋ ਕੋਈ ਪੁੱਛਦਾ ਨਹੀਂ, ਜ਼ਿਆਦਾ ਕੰਮ ਕਰਾਉਂਦਾ ਉਹ। ਸੋ ਉਹ ਗੱਲ ਠੀਕ ਹੈ। ਗੁਰੂ ਸਾਹਿਬ ਨੇ ਕਿਹਾ ਹੈ, ਪੜੋਸੀ ਕੋ ਜੋ ਹੁਆ ਤੂੰ ਆਪਣੇ ਵੀ ਜਾਣ। ਜੋ ਕਿਸਾਨਾਂ ਨੇ ਕਿਹਾ ਸੀ ਵੀ ਜੋ ਸਾਡੇ ਨਾਲ ਹੋ ਰਹੀ ਹੈ ਤੁਹਾਡੇ ਨਾਲ ਵੀ ਹੋਣ ਵਾਲੀ ਹੈ, ਇਹ ਸੱਚੀ ਗੱਲ ਹੈ। ਸੋ ਇਸ ਕਰਕੇ ਜੇ ਬੋਲਣਾ ਕਿਉਂ ਜ਼ਰੂਰੀ ਹੈ, ਕਿਸੇ ਕਵੀ ਨੇ ਕਿਹਾ ਹੈ, ਕਹਿੰਦਾ ਉਹ ਆਏ, ਉਹਨਾਂ ਨੇ ਮੁਸਲਮਾਨਾਂ ਨੂੰ ਮਾਰਤਾ, ਕਹਿੰਦਾ ਮੈਂ ਬੋਲਿਆ ਨਹੀਂ ਕਿਉਂਕਿ ਉਹ ਤਾਂ ਮੁਸਲਮਾਨ ਸੀਗੇ, ਮੈਂ ਤਾਂ ਮੁਸਲਮਾਨ ਹੈ ਨਹੀਂ। ਫਿਰ ਉਹਨਾਂ ਨੇ ਮਾਰਤਾ ਜਿਹੜੇ ਵਿਦਵਾਨ ਸੀਗੇ, ਕਹਿੰਦਾ ਮੈਂ ਬੋਲਿਆ ਨਹੀਂ ਕਿਉਂਕਿ ਵਿਦਵਾਨ ਸੀ, ਮੈਂ ਤਾਂ ਵਿਦਵਾਨ ਹੈ ਨਹੀਂ। ਫਿਰ ਉਹਨਾਂ ਨੇ ਮਾਰਤੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਸੀ, ਕਹਿੰਦਾ ਮੈਂ ਬੋਲਿਆ ਨਹੀਂ ਕਿਉਂਕਿ ਉਹ ਤਾਂ ਸ਼ਹਿਰਾਂ 'ਚ ਰਹਿੰਦੇ ਨੇ, ਮੈਂ ਤਾਂ ਸ਼ਹਿਰ 'ਚ ਰਹਿੰਦਾ ਨਹੀਂ। ਫਿਰ ਕਹਿੰਦਾ ਉਹਨਾਂ ਨੇ ਮਾਰਤੇ ਵੀ ਜਿਨ੍ਹਾਂ ਨੇ ਕਾਲੇ ਕੱਪੜੇ ਪਾਏ ਸੀ, ਕਹਿੰਦਾ ਮੈਂ ਕਿਹਾ ਮੈਂ ਤਾਂ ਕਾਲੇ ਕੱਪੜੇ ਪਾਉਂਦਾ ਨਹੀਂ, ਮਾਰਤੇ। ਸੋ ਕਹਿੰਦਾ ਫਿਰ ਜਦ ਮੈਨੂੰ ਮਾਰਨ ਦਾ ਆਏ ਉਹ, ਉਦੋਂ ਬੋਲਣ ਵਾਲਾ ਕੋਈ ਨਹੀਂ ਰਿਹਾ ਸੀ। ਉਹਦੇ 'ਚ ਪੁੱਛਿਆ ਗਿਆ ਸੀ ਸਵਾਲ ਵੀ ਅੰਗਰੇਜ਼ ਭਾਰਤ 'ਤੇ ਰਾਜ ਕਿਵੇਂ ਕਰਦੇ ਨੇ? ਉਹਨੇ ਕੁਛ ਨਹੀਂ ਕਿਹਾ, ਡਿਵਾਈਡ ਐਂਡ ਰੂਲ, ਪਾੜੋ ਅਤੇ ਰਾਜ ਕਰੋ। ਇਹ ਉਦੋਂ ਕਾਲੇ ਅੰਗਰੇਜ਼ ਆ ਗਏ, ਇਹ ਹੋਰ ਜ਼ਿਆਦਾ ਡਿਵਾਈਡ ਕਰਕੇ ਕਰਦੇ ਨੇ। ਸੋ ਇਸ ਕਰਕੇ ਡਿਵਾਈਡ ਕਰਕੇ ਰਾਜ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੈ। ਪਰ ਹੁਣ ਲੋਕਾਂ ਨੂੰ ਕਿਸਾਨ ਅੰਦੋਲਨ 'ਚ ਅੱਜ ਵੀ ਮੈਨੂੰ ਕੋਈ ਬੰਦਾ ਕਹਿੰਦਾ ਜੀ ਹੁਣ ਤਾਂ ਕਹਿੰਦਾ ਲੋਕਾਂ ਦਾ ਵਿਸ਼ਵਾਸ ਹੋ ਗਿਆ ਵੀ ਅਸੀਂ ਵੀ ਲੜ ਸਕਦੇ ਹਾਂ। ਇਹਨਾਂ ਨੇ 30 ਸਾਲ 'ਚ ਉਹਨਾਂ ਦੀ ਲੜਨ ਦੀ ਸ਼ਕਤੀ ਖਤਮ ਕਰਤੀ ਸੀ। ਅੱਜ ਲੋਕਾਂ ਨੂੰ ਇਹ ਪਤਾ ਲੱਗਾ ਅਸੀਂ ਲੜ ਸਕਦੇ ਹਾਂ, ਔਰ ਲੜ ਕੇ ਅਸੀਂ ਮੁੱਦੀ ਵਰਗੇ ਹਾਕਮ ਨੂੰ ਜੇ ਝੁਕਾ ਸਕਦੇ ਹਾਂ, ਫਿਰ ਅਸੀਂ ਕਿਸੇ ਵੀ ਤਾਕਤ ਨੂੰ ਝੁਕਾ ਸਕਦੇ ਹਾਂ। ਲੋਕ ਸ਼ਕਤੀ ਅੱਗੇ ਕੋਈ ਵੀ ਝੁਕੇਗਾ। ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਚੰਡੀਗੜ੍ਹ ਵਿੱਚ ਲਗਭਗ 1.5 ਦਿਨ ਹੋ ਗਿਆ, ਕਈ ਸੈਕਟਰਾਂ ਦੇ ਵਿੱਚ ਬਿਜਲੀ ਨਹੀਂ ਹੈ। ਮੁਲਾਜ਼ਮਾਂ ਨੇ ਹੜਤਾਲ ਕੀਤੀ ਹੋਈ ਹੈ। ਮਸਲਾ ਇੱਕੋ ਹੀ ਹੈ, ਨਿੱਜੀਕਰਨ ਦਾ। ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਨਿੱਜੀਕਰਨ ਦਾ ਫੈਸਲਾ ਲਿਆ ਸੀ ਬਿਜਲੀ ਦਾ, ਪਰ ਉਸ ਦੇ ਬਾਵਜੂਦ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ ਸੀ। ਕਿਹਾ ਜਾਂਦਾ ਕਿ 25,000 ਕਰੋੜ ਦੀ ਜੋ ਜਾਇਦਾਦ ਹੈ ਚੰਡੀਗੜ੍ਹ ਪ੍ਰਸ਼ਾਸਨ ਕੋਲ ਬਿਜਲੀ ਮਹਿਕਮੇ ਦੀ, ਉਸ ਨੂੰ 871 ਕਰੋੜ ਦੇ ਵਿੱਚ ਨਿਲਾਮ ਕੀਤਾ ਗਿਆ, ਨਿੱਜੀਕਰਨ ਕੀਤਾ ਗਿਆ। ਔਰ ਜਿਹੜੀ ਕੰਪਨੀ ਨੇ ਇਹ ਠੇਕਾ ਲਿਆ, ਜਿਸ ਨੂੰ ਨਿੱਜੀਕਰਨ ਵਾਸਤੇ ਦਿੱਤਾ ਗਿਆ, ਲਗਭਗ ਉਹ ਕੰਪਨੀ 2 ਸਾਲ ਪੁਰਾਣੀ ਕਹੀ ਜਾ ਰਹੀ ਹੈ। ਕਈ ਮੁਲਾਜ਼ਮ ਹੜਤਾਲ ਦੇ ਉੱਤੇ ਮੌਜੂਦ ਨੇ, ਅਤੇ ਇਸ ਤੋਂ ਪਹਿਲਾਂ ਹੀ ਪ੍ਰੋਟੈਸਟ ਹੁੰਦੇ ਆਏ ਨੇ ਨਿੱਜੀਕਰਨ ਨੂੰ ਲੈ ਕੇ, ਚਾਹੇ ਉਹ ਕਿਸਾਨੀ ਦਾ ਪ੍ਰੋਟੈਸਟ ਹੋਵੇ। ਉਸ ਤੋਂ ਬਾਅਦ ਕਈ ਸਰਕਾਰੀ ਅਦਾਰੇ, ਰੇਲਵੇ ਦੀ ਗੱਲ ਕਰ ਲਈਏ, ਏਅਰਪੋਰਟ ਦੀ ਗੱਲ ਕਰ ਲਈਏ, ਹੋਰ ਵੀ ਕਈ ਸਰਕਾਰੀ ਅਦਾਰੇ ਜਿਨ੍ਹਾਂ ਦਾ ਨਿੱਜੀਕਰਨ ਹੋ ਚੁੱਕਿਆ। ਸਮੇਂ-ਸਮੇਂ ਦੇ ਬੁੱਧੀਜੀਵੀ ਅਤੇ ਅਲੱਗ-ਅਲੱਗ ਚਰਚਾਵਾਂ ਵੀ ਹੁੰਦੀਆਂ ਰਹੀਆਂ ਨੇ ਕਿ ਦੇਸ਼ ਨੂੰ ਨਿੱਜੀਕਰਨ ਕਿਉਂ ਕੀਤਾ ਜਾ ਰਿਹਾ, ਕਿਉਂ ਪ੍ਰਾਈਵੇਟ ਕੰਪਨੀਆਂ ਦੇ ਹੱਥ ਵਿੱਚ ਸੌਂਪਿਆ ਜਾ ਰਿਹਾ ਹੈ। ਜਿਹੜੀਆਂ ਪ੍ਰੋਫਿਟ ਵਿੱਚ ਵੀ ਸਰਕਾਰੀ ਮਹਿਕਮਿਆਂ ਵਿੱਚ ਕਈ ਇਹੋ ਜਿਹੇ ਅਦਾਰੇ ਹੈਗੇ ਸਨ ਜਿਨ੍ਹਾਂ ਦਾ ਖਾਸਾ ਪ੍ਰੋਫਿਟ ਸੀ, ਪਰ ਉਸ ਨੂੰ ਵੀ ਪ੍ਰੋਫਿਟ ਤੋਂ ਘੱਟ ਨਿੱਜੀਕਰਨ ਕਰ ਦਿੱਤਾ ਗਿਆ। ਤਾਂ ਸਾਡੇ ਨਾਲ ਮੌਜੂਦ ਨੇ ਡਾਕਟਰ ਪਹਿਲ ਗੱਲ ਕਿ ਇੱਥੇ ਖੁਦ ਵੀ ਚਰਚਾ ਕਰਨੀ ਬਣਦੀ ਹੈ ਕਿ ਬੈਂਕ ਵਾਲਿਆਂ ਨੇ ਹੜਤਾਲ ਕੀਤੀ ਸੀ ਪੂਰੇ ਦੇਸ਼ ਵਿੱਚ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਕੁਝ ਬੈਂਕਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ, ਜਿਸ ਵਿੱਚ ਕਈ ਮੁਲਾਜ਼ਮ
ਉਹਨਾਂ ਨੇ ਹੜਤਾਲ ਦੇ ਉੱਪਰ ਗਏ ਸੀ ਤਾਂ ਉਸ ਤੋਂ ਬਾਅਦ ਸਰਕਾਰ ਨੇ ਗੱਲ ਨਹੀਂ ਸੁਣੀ। ਉਹ ਵੀ ਹੁਣ ਇਸੇ ਚੀਜ਼ ਦੀ ਚਰਚਾ ਕਰਦੇ ਨੇ ਕਿ ਦੇਸ਼ ਵਿੱਚ ਨਿੱਜੀਕਰਨ ਕਿਉਂ ਹੁੰਦਾ ਜਾ ਰਿਹਾ। ਡਾਕਟਰ ਪਹਿਰਾਲ ਗਰਗ ਸਾਡੇ ਨਾਲ ਨੇ, ਬੁੱਧੀਜੀਵੀ ਨੇ, ਸਮੇਂ-ਸਮੇਂ ਤੇ ਆਪਣੀ ਗੱਲ ਰੱਖਦੇ ਆਏ ਨੇ। ਪਹਿਲਾਂ ਵੀ ਨਿੱਜੀਕਰਨ ਨੂੰ ਲੈ ਕੇ ਕਾਫੀ ਇਹਨਾਂ ਨੇ ਚਰਚਾ ਕੀਤੀ ਸੀ, ਦੁਬਾਰਾ ਫਿਰ ਚਰਚਾ ਕਰਾਂਗੇ। ਜੋ ਚੰਡੀਗੜ੍ਹ ਪਿਛਲੇ 1.5 ਦਿਨ ਵਿੱਚ ਹਨੇਰੇ ਵਿੱਚ ਸੈਕਟਰ ਵਿੱਚ ਬਿਜਲੀ ਗੁੱਲ ਹੈ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਸ਼ੁਕਰੀਆ ਜੀ ਬਹੁਤ। ਸਰ ਪਹਿਲਾਂ ਵੀ ਇਹ ਤੁਹਾਡੇ ਨਾਲ ਚਰਚਾ ਕੀਤੀ ਸੀ ਨਿੱਜੀਕਰਨ ਨੂੰ ਲੈ ਕੇ। ਉਸ ਸਮੇਂ ਕਿਸਾਨੀ ਅੰਦੋਲਨ ਚੱਲਦਾ ਪਿਆ ਸੀ, ਤੁਸੀਂ ਉਸ ਸਮੇਂ ਵੀ ਕਹਿ ਰਹੇ ਸੀ ਜੇ ਨਿੱਜੀਕਰਨ ਹੋ ਜਾਂਦਾ ਹੈ ਤੇ ਅਨਾਜ ਜਿਹੜਾ ਹੈਗਾ ਉਹ ਵੀ ਤੁਹਾਨੂੰ ਡਬਲ ਤੋਂ ਤਿਗਣੇ ਰੇਟ ਤੇ ਵੀ ਮਿਲ ਸਕਦਾ ਹੈ। ਅੱਜ ਚੰਡੀਗੜ੍ਹ ਦੀ ਗੱਲ ਕਰੀਏ, ਲਗਭਗ ਕਿਹਾ ਜਾਂਦਾ ਹੈ ਕਿ 25,000 ਕਰੋੜ ਦੀ ਜਾਇਦਾਦ, 871 ਕਰੋੜ ਜਿਹੜਾ ਉਸਦਾ ਨਿੱਜੀਕਰਨ ਹੋ ਗਿਆ। ਬਿਜਲੀ ਵਿਭਾਗ 871 ਕਰੋੜ ਵਿੱਚ ਪ੍ਰਾਈਵੇਟ ਹੱਥਾਂ ਵਿੱਚ ਚਲੀ ਗਈ ਹੈ। ਕਿੰਨਾ ਕੁ ਖਤਰਨਾਕ ਹੈ ਕਿਉਂਕਿ 2.5 ਰੁਪਏ ਦੇ ਆਸ-ਪਾਸ ਯੂਨਿਟ ਹੈਗੀ ਹੈ ਚੰਡੀਗੜ੍ਹ ਵਿੱਚ। ਕਿਹਾ ਜਾਂਦਾ ਹੈ ਹਲੇ ਕੋਈ ਇਸ ਉੱਪਰ ਕੋਈ ਡਾਟਾ ਤਾਂ ਨਹੀਂ ਆਇਆ, ਕਿਹਾ ਜਾਂਦਾ ਕਿ 5 ਰੁਪਏ ਜਾਂ 6 ਰੁਪਏ ਯੂਨਿਟ ਬਿਜਲੀ ਮਿਲੇਗੀ ਜੋ 2.5 ਰੁਪਏ ਤੋਂ ਵਧਾ ਦਿੱਤੀ ਜਾਏਗੀ ਪ੍ਰਾਈਵੇਟ ਕੰਪਨੀਆਂ ਵੱਲੋਂ। ਕਿੰਨਾ ਕੁ ਖਤਰਨਾਕ ਹੈ? ਦੇਖੋ ਗੱਲ ਵਿਜੇ ਜੀ ਇਸ ਤਰ੍ਹਾਂ ਹੈ ਵੀ ਤੁਸੀਂ ਕਿਉਂਕਿ ਕਿਸਾਨੀ ਅੰਦੋਲਨ ਦੀ ਨਾਲ ਗੱਲ ਕਰੀ ਹੈ, ਦੋ ਤਰ੍ਹਾਂ ਦੀਆਂ ਸੇਵਾਵਾਂ ਨੇ। ਉਸ ਅੰਦੋਲਨ 'ਚ ਕਿਹੜੀ ਸੇਵਾ ਸੀ? ਉਸ ਅੰਦੋਲਨ 'ਚ ਇਹ ਸੀ ਵੀ ਜਿੱਥੇ ਅਨਾਜ ਪੈਦਾ ਹੋਣਾ, ਇੱਕ ਤਾਂ ਤੁਸੀਂ ਉਹਦਾ ਪ੍ਰਾਈਵੇਟਾਈਜੇਸ਼ਨ ਕਰ ਰਹੇ ਹੋ, ਠੇਕਾ ਖੇਤੀ 'ਤੇ ਹੋ ਰਹੀ। ਇੱਕ ਜਿਹੜਾ ਅਨਾਜ ਹੋਣਾ ਵਸਤਾਂ ਖਾਣ ਦੀਆਂ, ਭੋਜਨ ਵਸਤਾਂ, ਅਸੈਂਸ਼ੀਅਲ ਕਮੋਡਿਟੀ ਐਕਟ ਬਦਲ ਕੇ ਜਿਹਦੀ ਕੀਮਤ ਹਰ ਸਾਲ 1.5 ਗੁਣਾ ਸੁੱਕੀਆਂ ਵਸਤਾਂ ਦੀ ਦੁੱਗਣੀ ਦੂਜੀਆਂ ਦੀ। ਜਿਵੇਂ ਦੁੱਧ ਜੇ ਅੱਜ 50 ਰੁਪਏ ਲੀਟਰ ਹੈ ਤੇ ਅਗਲੇ ਸਾਲ 100 ਰੁਪਏ, ਉਦੋਂ ਅਗਲੇ ਸਾਲ 200 ਰੁਪਏ, ਪਿਛਲੇ 1 ਸਾਲ ਦਾ ਜਿਹੜਾ ਰੇਟ ਆ ਉਹਨੂੰ ਦੁੱਗਣਾ ਕਰ ਦਿਓ, ਇਸ ਦੇ ਨਾਲ ਲੋਕਾਂ ਨੂੰ ਮਿਲਣੋਂ ਹਟ ਜਾਏਗਾ। ਸੋ ਦੋ ਤਰ੍ਹਾਂ ਦੀਆਂ ਚੀਜ਼ਾਂ ਦਾ ਨਿੱਜੀਕਰਨ ਕਦੇ ਵੀ ਨਹੀਂ ਹੋਣਾ ਚਾਹੀਦਾ। ਇੱਕ ਅਸੀਂ ਕਹਿੰਦੇ ਕੀ ਇੰਡਸਟਰੀ ਕੁੰਜੀਵਤ ਅਦਾਰੇ ਹੁੰਦੇ ਨੇ, ਇੱਕ ਜਿਹੜੀਆਂ ਸੋਸ਼ਲ ਸੇਵਾਵਾਂ ਅਤੇ ਭੋਜਨ ਸੇਵਾਵਾਂ ਨੇ। ਕਿਉਂ ਮੈਂ ਕਹਿੰਦਾ ਸੋਸ਼ਲ ਸੇਵਾ ਭੋਜਨ ਸੇਵਾ 'ਚ ਆ ਜਾਂਦੀ ਹੈ, ਭੋਜਨ ਆਹੀ ਸਮੱਗਰੀ ਸਾਰੀ, ਸਿੱਖਿਆ, ਸਿਹਤ, ਇਹ ਹੋ ਜਾਂਦੀਆਂ ਨੇ। ਜਿਹੜੇ ਹੈਗੇ ਨੇ ਕੀ ਅਦਾਰੇ, ਉਹ ਕੀ ਅਦਾਰੇ ਕੌਣ ਨੇ? ਬੈਂਕਾਂ, ਬਿਜਲੀ, ਪਾਵਰ, ਟਰਾਂਸਪੋਰਟ, ਮਿਲਟਰੀ, ਇਹ ਕੀ ਅਦਾਰੇ ਨੇ। ਜਿੱਦੇ ਕਿਸੇ ਸਰਕਾਰ ਨੂੰ ਫੇਲ ਕਰਨਾ ਹੋਵੇ, ਰੇਲਵੇ ਦੀ ਹੜਤਾਲ, ਡਾਕ ਦੀ ਹੜਤਾਲ, ਬੈਂਕਾਂ ਦੀ ਹੜਤਾਲ, ਬਿਜਲੀ ਬੰਦ, ਸਰਕਾਰ ਫੇਲ। ਇਹ ਚਾਰੇ ਜੇ ਤੁਸੀਂ ਪ੍ਰਾਈਵੇਟ ਕਰਤੇ ਸਭ ਬੰਦ ਹੋ ਜੂ ਮੁਲਕ। ਆ ਇੱਕ ਬਿਜਲੀ ਬੰਦ ਹੋਣ ਨਾਲ, ਜਿਵੇਂ ਤੁਸੀਂ ਕਿਹਾ ਹੈ 1.5 ਦਿਨ ਹੋ ਗਿਆ ਕਿੰਨਾ ਕੁਝ ਬੰਦ ਹੋਇਆ ਪਿਆ। ਸੋ ਇਸ ਕਰਕੇ ਇਹ ਅਦਾਰੇ ਸਰਕਾਰ ਨੂੰ ਆਪਦੇ ਕੋਲ ਹੀ ਰੱਖਣੇ ਹੁੰਦੇ ਨੇ ਤਾਂ ਕਿ ਕੋਈ ਸਰਕਾਰ ਨੂੰ ਫੇਲ ਨਾ ਕਰ ਸਕੇ ਸਰਕਾਰ ਨੂੰ। ਪਰ ਇਹ ਸਰਕਾਰ ਆਈ ਹੈ ਤਾਂ ਵੇਚਣ ਵਾਲੀ ਹੈ, ਮਤਲਬ ਉਹਨਾਂ ਲੋਕਾਂ ਦੀ ਸਰਕਾਰ ਹੈ ਜਿਨ੍ਹਾਂ ਨੇ ਕਦੇ ਦੇਸ਼ ਦਾ ਆਜ਼ਾਦ ਟਕਰਾਇਆ ਨਹੀਂ ਸੀ ਨਾ। ਇਹ ਅਦਾਰੇ ਉਹਨਾਂ ਨੇ ਬਣਾਏ ਨੇ, ਇਹ ਤਾਂ ਵੇਚਣ ਵਾਲੇ ਨੇ। ਇਹ ਤਾਂ ਉਹੋ ਜਿਹੇ ਜਵਾਕ ਆ ਗਏ ਜਿਹੜੇ ਆਪਦੇ ਬਾਪ ਦਾਦੇ ਦੀ ਜਾਇਦਾਦ ਨੂੰ ਵੇਚੀ ਜਾਂਦੇ ਨੇ, ਨਾਲ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਨੇ ਵੀ ਉਹ ਤਾਂ ਸਿਆਣੇ ਹੈ ਹੀ ਨਹੀਂ ਸੀ, ਅਸੀਂ ਬਹੁਤ ਸਿਆਣੇ ਆ। ਫਿਰ ਕੌਡੀਆਂ ਦੇ ਭਾਅ ਦੇ ਰਹੇ ਨੇ ਜਿਹੜਾ ਤੁਸੀਂ ਭਾਅ ਦੱਸਿਆ। ਇਹ ਇਕੱਲਾ ਇਸੇ 'ਚ ਨਹੀਂ, ਹਰ ਚੀਜ਼ 'ਚ ਹੀ ਕਰ ਰਹੇ ਨੇ। ਅਡਾਨੀ ਦੀ ਪ੍ਰਾਪਰਟੀ 8 ਗੁਣਾ ਕਿਉਂ ਹੋ ਗਈ? ਕਿਉਂਕਿ ਬੰਦਰਗਾਹਾਂ ਦੇ ਦਿਓ, ਮੁਫਤ ਵਰਗੇ ਰੇਟ 'ਚ ਦੇ ਦਿਓ, ਟਾਟਿਆਂ ਨੂੰ ਜ਼ਮੀਨ ਦੇ ਦਿਓ, ਮੁਫਤ 1 ਰੁਪਏ ਦੇ ਦਿਓ, ਫਲਾਣੇ ਨੂੰ ਦੇ ਦਿਓ। ਜੋ ਕੁਛ ਲੋਕ ਤਾਂ ਇਹ ਵੀ ਐਡੀਕੇਸ਼ਨ ਲਾਉਂਦੇ ਨੇ ਵੀ ਆਪਦੀ ਪਾਰਟੀ ਦਾ ਆਪਦਾ ਨਿੱਜੀ ਫੰਡ ਵੀ ਲੈਂਦੇ ਨੇ ਉਹਨਾਂ ਤੋਂ, ਤਾਂ ਇੰਨਾ ਸਸਤਾ, ਕਿਉਂਕਿ ਸਰਕਾਰ ਦੀ ਜ਼ਮੀਨ ਹੈ ਨਾ, ਲੋਕਾਂ ਦੀ ਜ਼ਮੀਨ ਹੈ। ਸੋ ਲੋਕਾਂ ਦੀਆਂ ਚੀਜ਼ਾਂ ਇੱਥੇ ਤੁਸੀਂ ਦੇਖੋ ਕਿੰਨੇ ਸਬ ਸਟੇਸ਼ਨ ਨੇ, ਕਿੰਨੀਆਂ ਬਿਲਡਿੰਗਾਂ ਨੇ, ਕਿੰਨਾ ਹੋਰ ਸਭ ਕੁਛ ਹੈ। ਮੈਂ ਕਹਾਂਗਾ ਵੀ ਜਿਹੜਾ ਇਹਨਾਂ ਇੰਪਲਾਈਜ਼ ਨੇ ਹੜਤਾਲ ਕਰੀ ਹੈ, ਜਿਵੇਂ ਪਹਿਲਾਂ ਚਾਹੇ ਫੇਲ ਹੋ ਗਈ, ਉਹ ਗੱਲ ਵੱਖਰੀ ਆ ਉਹਨਾਂ ਦੀ, ਬੈਂਕਾਂ ਵਾਲਿਆਂ ਦੀ। ਇਹ ਹੜਤਾਲਾਂ ਜਿਹੜੀਆਂ ਨੇ ਇਹ ਕੋਈ ਆਏ ਨਹੀਂ ਹੈ ਵੀ ਇੰਪਲਾਈ ਆਪਦੀ ਤਨਖਾਹ ਵਾਸਤੇ ਕਰ ਰਿਹਾ ਹੈ। ਇਹ ਹੜਤਾਲਾਂ ਦੇਸ਼ ਸੇਵਾ ਵਾਸਤੇ ਕਰ ਰਹੇ ਨੇ, ਕਿਉਂਕਿ ਜਿੱਦੇ ਬੈਂਕ ਪ੍ਰਾਈਵੇਟ ਹੋ ਗਏ, ਤੁਹਾਡੀ ਕਰੰਸੀ ਸਾਰੀ ਪ੍ਰਾਈਵੇਟ ਦੇ ਹੱਥ 'ਚ ਚਲੀ ਗਈ, ਉਦੋਂ ਤੁਸੀਂ ਮਾਰੇ ਜਾਓਗੇ। ਜਿੱਦੇ ਬਿਜਲੀ ਪ੍ਰਾਈਵੇਟ ਕੋਲ ਚਲੀ ਗਿਆ, ਪੰਜਾਬ ਨੇ ਜਿਹੜੇ ਪ੍ਰਾਈਵੇਟ ਠੇਕੇ ਦਿੱਤੇ ਸੀ ਬਿਜਲੀ ਦੇ, ਉਹਦਾ ਦੇਖੋ ਵੀ ਕੀ ਭਾਅ ਹੈ। ਕੋਲੇ ਤੋਂ ਹੁੰਦੇ ਉੱਤੇ ਪੈਸੇ ਦੇ ਜਾਂਦੇ ਨੇ, ਬਿਨਾਂ ਬਿਜਲੀ ਲਏ ਤੋਂ ਵੀ ਪੈਸੇ ਦੇਣੇ ਪੈ ਰਹੇ ਨੇ ਸੂਬੇ ਨੂੰ। ਸੋ ਇਸ ਕਰਕੇ ਇਹ ਜਿਹੜਾ ਕੰਮ ਹੈ, ਇਹ ਮੈਨੂੰ ਐਂ ਲੱਗਦਾ ਵੀ ਬੈਂਕਾਂ ਦੇ ਮੁਲਾਜ਼ਮਾਂ ਦਾ ਪਹਿਲਾਂ, ਅੱਜ ਇਹ ਬਿਜਲੀ ਮੁਲਾਜ਼ਮਾਂ ਦਾ ਜਿਹੜਾ ਕੰਮ ਹੈ, ਇਹ ਅੰਦੋਲਨ ਵੀ ਕਿਸਾਨ ਅੰਦੋਲਨ ਵਰਗਾ ਹੀ ਅੰਦੋਲਨ ਹੈ। ਚਾਹੇ ਉਹਦੇ 'ਚ ਸਫਲਤਾ ਹੋਵੇ ਜਾਂ ਨਾ ਹੋਵੇ, ਨਹੀਂ ਮੈਂ ਕਹਿ ਸਕਦਾ, ਆਖਰਕਾਰ ਤਾਂ ਹੋਣੀ ਹੈ ਸਫਲਤਾ, ਕਿਉਂਕਿ ਲਗਾਤਾਰ ਚੱਲੂਗਾ, ਇੱਕ ਵਾਰੀ ਤਾਂ ਹੈ ਨਹੀਂ। ਅਤੇ ਇਹ ਜਿਹੜੇ ਬਿਜਲੀ ਮੁਲਾਜ਼ਮ ਨੇ ਇਹ ਦੇਸ਼ ਦਾ ਕੰਮ ਕਰ ਰਹੇ ਨੇ, ਇਹ ਕੋਈ ਮਾੜੀ ਗੱਲ ਨਹੀਂ ਕਰ ਰਹੇ। ਸਰ ਕਿਸਾਨੀ ਅੰਦੋਲਨ ਦੇ ਵਿੱਚ ਨਾ ਲਗਾਤਾਰ ਸਟੇਜਾਂ ਤੋਂ ਕਿਹਾ ਜਾਂਦਾ ਸੀ ਅੱਜ ਕਿਸਾਨਾਂ ਦੀ ਵਾਰੀ ਹੈ, ਕੱਲ੍ਹ ਨੂੰ ਤੁਹਾਡੀ ਵਾਰੀ ਆ ਜਾਣੀ ਹੈ। ਫਿਰ ਜਿਨ੍ਹਾਂ ਦੀ ਕੱਲ੍ਹ ਨੂੰ ਵਾਰੀ ਆ ਗਈ, ਫਿਰ ਪਰਸੋਂ ਫਿਰ ਤੁਹਾਡੀ ਵਾਰੀ ਆ ਜਾਣੀ। ਕਿਸੇ ਨਾ ਕਿਸੇ ਮਹਿਕਮੇ ਨੂੰ ਟਾਰਗੇਟ ਕੀਤਾ ਜਾਊਗਾ। ਚਲੋ ਹੁਣ ਬਿਜਲੀ ਦੀ ਗੱਲ ਆ ਗਈ, ਚੰਡੀਗੜ੍ਹ ਦੀ ਵਾਰੀ ਆ ਗਈ ਹੈ, ਫਿਰ ਕੱਲ੍ਹ ਨੂੰ ਹੋਰ ਕਿਹਦੀ ਵਾਰੀ ਆ ਸਕਦੀ ਹੈ? ਦੇਖੋ ਗੱਲ ਇਹ ਹੈ ਵੀ ਪਹਿਲਾਂ ਵਾਰੀ ਤਾਂ ਕੁਛ ਦੀ ਤਾਂ ਆ ਚੁੱਕੀ ਹੈ। ਸੀਤਾਰਮਨ ਜੀ ਨੇ ਜਿਹੜਾ ਹੁਣੀ ਬਸ ਪੇਸ਼ ਕਰਿਆ ਇਸ ਸਾਲ, ਉਹ 'ਚ ਉਹਨਾਂ ਨੇ ਕਹਿਤਾ ਵੀ ਏਅਰਪੋਰਟ ਤਾਂ ਏਅਰਵੇਜ਼ ਤਾਂ ਵੇਚਦੇ ਨੇ, ਏਅਰਲਾਈਨ ਤਾਂ, ਅਤੇ ਹੁਣ LIC ਦੀ ਵਾਰੀ ਹੈ, ਅਤੇ ਉਦੋਂ ਅੱਗੇ ਬਾਕੀਆਂ ਦੀ ਤਿਆਰੀ ਹੈ। LIC ਹੁਣ ਵੇਚ ਦੇਣੀ ਹੈ, ਉਹਦੇ ਸੌਦੇ ਹੋ ਚੁੱਕੇ ਨੇ, ਅਤੇ ਬਾਕੀ ਅਗਲੇ ਸਾਰਾ ਕੁਛ ਵੇਚ ਦੇਣਾ। ਇੱਦਾਂ ਹੀ ਜਿਹੜਾ ਟੈਲੀਫੋਨ ਮਾੜਾ ਮੋਟਾ ਰਹਿ ਗਿਆ ਪੋਸਟੋ ਵੇਚ ਦੇਣਾ। ਇੱਦਾਂ ਹੀ
ਜਿਹੜੇ ਰੇਲਵੇ ਮਾੜੀ ਮੋਟੀ ਚੱਲਦੀ ਉਹ ਸਾਰੀ ਵੇਚ ਦੇਣੀ ਆ, ਪ੍ਰਾਈਵੇਟ ਕਰ ਦੇਣੀ ਆ। ਸਰਫੇਸ ਟਰਾਂਸਪੋਰਟ ਦਾ ਪਹਿਲਾਂ ਹੀ ਪ੍ਰਾਈਵੇਟ ਵਾਲਾ ਕੰਮ ਕਰਿਆ ਹੋਇਆ। ਬੰਦਰਗਾਹਾਂ ਸਾਰੀਆਂ ਵੇਚ ਦੇਣੀਆਂ, ਜਿਹੜੀ ਇੱਕ ਅੱਧੀ ਬਚੀ ਆ ਉਹ ਵੀ ਵੇਚ ਦੇਣੀ ਆ। ਸੋ ਜਦ ਤੁਸੀਂ ਸੜਕਾਂ ਵੇਚਣੀਆਂ, ਤੁਸੀਂ ਬੰਦਰਗਾਹਾਂ ਵੇਚਣੀਆਂ, ਤੁਸੀਂ ਹਵਾਈ ਜਹਾਜ਼ ਵੇਚਤੇ, ਹਵਾਈ ਅੱਡੇ ਵੇਚਤੇ, ਬਿਜਲੀ ਵੇਚਤੀ, ਬੈਂਕਾਂ ਵੇਚਤੀਆਂ, ਫਿਰ ਤੁਹਾਡੇ ਕੋਲ ਇਹਨਾਂ ਤਾਂ ਕੁਛ ਹੈ ਨਹੀਂ। ਪਾਣੀ ਵੀ ਪ੍ਰਾਈਵੇਟਾਈਜ਼ ਕਰਿਆ ਜਾ ਰਿਹਾ। ਸੋ ਜਦ ਪਾਣੀ ਪ੍ਰਾਈਵੇਟਾਈਜ਼ ਕਰਤਾ, ਜੰਗਲ ਪ੍ਰਾਈਵੇਟਾਈਜ਼ ਕਰਤੇ, ਕਾਨਾਂ ਲੋਹੇ ਕੋਲੇ ਦੀਆਂ ਕਾਨਾਂ ਪ੍ਰਾਈਵੇਟਾਈਜ਼ ਕਰਤੀਆਂ, ਸੋ ਉਹਦੇ ਵਿੱਚੋਂ ਬਚਣਾ ਤੁਹਾਡੇ ਕੋਲ ਕੁਛ ਵੀ ਨਹੀਂ। ਜਿਹੜੀ ਟੋਟਲ ਜਾਇਦਾਦ ਹੈ ਤੁਹਾਡੇ ਕੋਲ, ਇਹ ਜਾਇਦਾਦ ਹੈ ਨਾ, ਚਾਹੇ ਕਾਨਾਂ ਨੇ, ਚਾਹੇ ਤੁਹਾਡੇ ਕੋਲੇ ਪਾਣੀ ਹੈ, ਚਾਹੇ ਤੁਹਾਡੇ ਕੋਲੇ ਬੰਦਰਗਾਹਾਂ ਨੇ, ਇਹ ਜਾਇਦਾਦ ਹੈ ਸਾਡੀ, ਜਿਹਦੇ ਰਾਹੀਂ ਅਸੀਂ ਆਪਣੀ ਉਪਜੀਵਕਾ ਕਮਾਉਂਦੇ ਹਾਂ। ਉਹ ਸਾਰੀ ਹੁਣ ਸਮੁੰਦਰ ਦੇ ਵਿੱਚ ਮੱਛੀਆਂ ਫੜਨ ਦਿੱਤੀਆਂ ਪ੍ਰਾਈਵੇਟ। ਅੱਛਾ ਸਰ, ਹੁਣ ਇਸ ਤੋਂ ਅਗਲਾ ਅਹਿਮ ਸਵਾਲ ਹੁੰਦਾ ਨੌਕਰੀਆਂ ਦੇ ਉੱਤੇ। ਜਦੋਂ ਸਭ ਕੁਝ ਪ੍ਰਾਈਵੇਟਕਰਨ ਹੋ ਗਿਆ ਤਾਂ ਯੂਥ ਪੜ੍ਹ ਰਿਹਾ, ਸਟੱਡੀ ਕਰ ਰਿਹਾ, ਇੰਨੇ ਪੈਸੇ ਲਗਾ ਰਿਹਾ, ਮਾਂ ਬਾਪ ਬੱਚੇ ਨੂੰ ਪੜ੍ਹਾਉਂਦਾ ਵੀ ਸਾਡਾ ਬੱਚਾ ਕਾਬਲ ਬਣੂਗਾ, ਸਰਕਾਰੀ ਅਫਸਰ ਬਣੂਗਾ। ਫਿਰ ਸਰਕਾਰੀ ਚੀਜ਼ ਤਾਂ ਪ੍ਰਾਈਵੇਟਕਰਨ ਹੋ ਰਹੀ ਹੈ, ਫਿਰ ਤਨਖਾਹਾਂ ਕਿਵੇਂ ਮਿਲਣਗੀਆਂ? ਇੱਕ ਬੱਚੇ ਨੇ ਇੰਨਾ ਪੜ੍ਹਿਆ ਹੋਊਗਾ ਕਿ 8-10 ਤਾਂ ਨੌਕਰੀ ਕਰੂਗਾ। ਦੇਖੋ ਗੱਲ ਇਹ ਹੈ, ਮੈਂ ਨੌਕਰੀਆਂ 'ਤੇ ਬਾਅਦ 'ਚ ਆਉਣਾ। ਜਦ ਤੁਸੀਂ ਨਿੱਜੀਕਰਨ ਕਰ ਦਿੰਦੇ ਹੋ, ਉਹਦਾ ਇੱਕ ਕੱਲੇ ਨੌਕਰੀਆਂ 'ਤੇ ਅਸਰ ਨਹੀਂ ਪੈਂਦਾ, ਉਹਦਾ ਤੁਹਾਡੇ ਜਨ ਜੀਵਨ 'ਤੇ ਅਸਰ ਪੈਂਦਾ ਹੈ। ਜੀਵਨ 'ਚ ਚੀਜ਼ਾਂ ਮਿਲਣੀਆਂ ਹਟ ਜਾਂਦੀਆਂ ਨੇ, ਜਾਂ ਮਹਿੰਗੀਆਂ ਮਿਲਦੀਆਂ ਨੇ, ਜਾਂ ਉਹਨਾਂ ਦੀ ਕੁਆਲਿਟੀ ਮਾੜੀ ਹੋ ਜਾਂਦੀ ਹੈ। ਫਿਰ ਤੁਹਾਡਾ ਰਾਜ ਸੱਤਾ 'ਤੇ ਫਰਕ ਪੈਂਦਾ ਹੈ ਕਿ ਰਾਜ ਸੱਤਾ 'ਤੇ ਉਹ ਕਬਜ਼ ਹੋ ਜਾਂਦੇ ਨੇ, ਚਾਹੇ ਉਹ ਬੰਦਿਆਂ ਨੂੰ ਖਰੀਦਦੇ ਨੇ, ਚਾਹੇ ਵੋਟਾਂ ਨੂੰ ਪ੍ਰਭਾਵਿਤ ਕਰਦੇ ਨੇ, ਚਾਹੇ ਉਹ ਖੁਦ ਹੀ ਉੱਥੇ ਬਹਿ ਜਾਂਦੇ ਨੇ, ਚਾਹੇ ਕਦੇ ਉਹ ਇੱਕ ਸਟੇਜ ਆਉਂਦੀ ਹੈ, ਜਿਵੇਂ ਈਸਟ ਇੰਡੀਆ ਕੰਪਨੀ ਆਈ ਤੇ ਇੱਥੇ ਵਪਾਰੀ ਬਣ ਕੇ ਸੀ, ਪਰ ਮੁੜ ਕੇ 100 ਸਾਲ ਰਾਜ ਕਰ ਹੀ ਗਏ ਨਾ। ਇੱਦਾਂ ਦਾ ਇੱਕ ਤਾਂ ਪ੍ਰਭਾਵ ਹੈ। ਦੂਜਾ ਜਿਹੜਾ ਤੁਸੀਂ ਕਿਹਾ, ਇਹ ਬੜਾ ਮੈਂ ਕਹਾਂਗਾ ਮਹੱਤਵਪੂਰਨ ਗੱਲ ਹੈ ਕਿ ਜਦ ਸਰਕਾਰੀ ਅਦਾਰਾ ਹੈ, ਉਹਦੇ 'ਚ ਇੱਕ ਤਾਂ ਨੌਕਰੀਆਂ ਮਿਲਦੀਆਂ ਨੇ, ਦੂਜੀ ਗੱਲ ਉਹ ਨੌਕਰੀਆਂ 'ਤੇ ਤਨਖਾਹ ਵੀ ਠੀਕ ਠਾਕ ਮਿਲਦੀ ਹੈ, ਉਹਦੇ ਕੰਮ ਹਾਲਤਾਂ ਵੀ ਠੀਕ ਕਰਨੀਆਂ ਪੈਂਦੀਆਂ ਨੇ, ਕਿਉਂਕਿ ਸਰਕਾਰੀ ਹੈ ਨਾ। ਜਿਹੜਾ ਪ੍ਰਾਈਵੇਟ ਹੈ, ਇੱਕ ਤਾਂ ਨੌਕਰੀਆਂ ਘਟਾ ਦਿੰਦਾ, ਦੂਜੀ ਗੱਲ ਉਹਦੇ 'ਚ ਤਨਖਾਹ ਬਹੁਤ ਘੱਟ ਦਿੰਦਾ ਹੈ, ਤੀਜੀ ਗੱਲ ਕੰਮ ਦੀਆਂ ਹਾਲਤਾਂ ਬੜੀਆਂ ਮਾੜੀਆਂ ਹੁੰਦੀਆਂ ਨੇ। ਕੰਮ ਦੇ ਘੰਟੇ 12-12 ਘੰਟੇ ਕੰਮ ਕਰੀ ਜੋ ਕੋਈ ਪੁੱਛਦਾ ਨਹੀਂ, ਜ਼ਿਆਦਾ ਕੰਮ ਕਰਾਉਂਦਾ, ਉਹ ਔਖੀਆਂ ਹਾਲਤਾਂ 'ਚ ਕਰਾਉਂਦਾ। ਸੋ ਇਸ ਕਰਕੇ ਉਹ ਜਿਹੜੀ ਯੂਥ, ਜੋ ਤੁਸੀਂ ਸਵਾਲ ਕਰਿਆ, ਉਹ ਯੂਥ ਫਿਰ ਕੀ ਕਰੂਗੀ? ਮੈਂ ਕੱਲ੍ਹ ਹੀ ਪੜ੍ਹ ਰਿਹਾ ਸੀ ਕਿਤੇ, ਉਹ ਕਹਿੰਦਾ ਜੀ ਨਾ ਤਾਂ ਇੱਥੇ ਉੱਥੇ ਟਰੱਕ ਚਲਾ ਕੇ ਵੀ 4 ਪੈਸੇ ਤਾਂ ਮਿਲ ਜਾਂਦੇ ਨੇ, ਤਾਂ ਉਹ ਵੀ ਨਹੀਂ ਮਿਲਦੇ ਉਰੇ। ਸੋ ਉਹ ਠੀਕ ਗੱਲ ਹੈ ਤੁਹਾਡੀ ਵੀ ਬਹੁਤ ਬੁਰਾ ਹਾਲ ਹੋ ਜਾਏਗਾ ਨੌਕਰੀਆਂ ਦਾ। ਪਹਿਲਾਂ ਹੀ ਨੌਕਰੀਆਂ ਘੱਟ ਨੇ, ਮੈਂ ਨੌਕਰੀਆਂ ਦੀ ਬਜਾਏ ਵੀ ਰੁਜ਼ਗਾਰ ਕਹਾਂਗਾ। ਲੋਕ ਕਹਿਣਗੇ ਨਹੀਂ ਜੀ ਇਹ ਪ੍ਰਾਈਵੇਟ ਵਾਲਾ ਵੀ ਰੁਜ਼ਗਾਰ ਦੇਗਾ। ਪ੍ਰਾਈਵੇਟ ਵਾਲਾ ਰੁਜ਼ਗਾਰ ਦਿੰਦਾ ਹੈ, ਪਰ ਉਹ ਕਿੰਨਾ ਕੁ ਦਿੰਦਾ? ਉਹ 5 ਬੰਦਿਆਂ ਦਾ ਕੰਮ ਇੱਕ ਤੋਂ ਲੈਂਦਾ। ਅਤੇ ਜਿਹੜਾ ਸਰਕਾਰੀ ਵਾਲਾ ਹੈ, ਉਹ ਇੱਕ ਬੰਦੇ ਦੇ ਕੰਮ 'ਚ ਵੀ 4-5 ਲਾ ਦਿੰਦਾ ਹੈ। ਰੁਜ਼ਗਾਰ ਦਾ ਫਰਕ ਪੈਂਦਾ, ਬਹੁਤ ਵੱਡਾ ਫਰਕ ਪੈਂਦਾ ਹੈ। ਉਹ ਰੁਜ਼ਗਾਰ ਘਟਣ ਦੇ ਨਾਲ ਇਕੱਲਾ ਸਰਕਾਰੀ ਰੁਜ਼ਗਾਰ ਨਹੀਂ ਘਟੇਗਾ, ਉਹਦੇ ਨਾਲ ਜਿਹੜੇ ਉਸ ਰੁਜ਼ਗਾਰ ਕਰਕੇ ਹੋਰ ਬੰਦਿਆਂ ਨੂੰ ਰੁਜ਼ਗਾਰ ਮਿਲਣਾ, ਉਹ ਵੀ ਬੰਦ ਹੋਏਗਾ ਫਿਰ। ਸੋ ਇਸ ਕਰਕੇ ਰੁਜ਼ਗਾਰ ਜਿਹੜਾ ਪਹਿਲਾਂ ਕਹਿੰਦੀ ਸੀ ਭਾਰਤ ਸਰਕਾਰ ਕਹਿੰਦੀ ਸੀ, ਕਿਉਂਕਿ ਯੂਟੀ ਦਾ ਮਹਿਕਮਾ ਮੈਂ ਤਾਂ ਕਹਿ ਰਿਹਾ, ਕੇਂਦਰ ਦੇ ਕੋਲ ਹੈ। ਪੰਜਾਬ 'ਚ ਤਾਂ ਬਿਜਲੀ ਅਜੇ ਵਿਕ ਨਹੀਂ ਨਾ ਰਹੀ, ਇਹ ਤਾਂ ਵੇਚਤਾ ਨਾ ਇਹਨਾਂ ਨੇ। ਉਹਦੇ ਵਿੱਚ ਇਹ ਹੈ ਕਿ ਉਹਨਾਂ ਨੇ ਆਪ ਕਿਹਾ ਸੀ ਅਸੀਂ 2 ਕਰੋੜ ਰੁਜ਼ਗਾਰ ਦਿਆ ਕਰਾਂਗੇ। ਐਤਕੀ ਸੀਤਾਰਮਨ ਜੀ ਨੇ ਬਜਟ 'ਚ ਕਹਿਤਾ, ਪਿਛਲੇ ਮਹੀਨੇ ਜਦ ਬਜਟ ਪੇਸ਼ ਕਰਿਆ, ਕਹਿੰਦੇ ਅਸੀਂ ਤਾਂ 60 ਲੱਖ ਰੁਜ਼ਗਾਰ ਦਿਆਂਗੇ 5 ਸਾਲ 'ਚ। ਕਈਆਂ ਨੇ ਉਹਨੂੰ 60 ਲੱਖ 1 ਸਾਲ 'ਚ ਕਹਿਣਾ ਸ਼ੁਰੂ ਕਰਤਾ, ਦੇਖੇ ਨਹੀਂ ਥੱਲੇ ਲਿਖਿਆ ਵੀ 5 ਸਾਲ, ਉਸੇ ਲਾਈਨ 'ਚ ਹੀ ਵੀ 60 ਲੱਖ ਰੁਜ਼ਗਾਰ ਦਿਆਂਗੇ, 30,000 ਕਰੋੜ ਸਾਡਾ GDP ਵਧੇਗਾ, ਅਤੇ ਇਹ ਜਿਹੜਾ ਇੰਨਾ ਵਧੇਗਾ ਇਹ 5 ਸਾਲ 'ਚ ਵਧੇਗਾ। ਸੋ ਇਸ ਕਰਕੇ ਜਦ 30 ਲੱਖ ਕਰੋੜ ਇਹ ਜਦ ਤੁਸੀਂ ਰੁਜ਼ਗਾਰ ਨੂੰ 12 ਲੱਖ 'ਚ ਲਿਆ 2 ਕਰੋੜ ਤੋਂ, ਉਹ ਵੀ ਅਜੇ ਅੰਦਾਜ਼ਿਆਂ 'ਚ। ਇੱਦਾਂ ਪੰਜਾਬ ਸਰਕਾਰ 'ਚ ਪੰਜਾਬ ਵਾਲੇ ਪਿਛਲੇ ਸਾਲ ਕਹਿੰਦੇ ਸੀ, ਪਿਛਲੀ ਚੋਣ ਵੇਲੇ ਕਾਂਗਰਸ ਕਹਿੰਦੀ ਸੀ ਅਸੀਂ ਘਰ ਘਰ ਰੁਜ਼ਗਾਰ ਦਿਆਂਗੇ, ਅਤੇ ਉਹ ਜਿਹੜੀ ਸੀ ਅਕਾਲੀ ਦਲੋਂ ਕਹਿੰਦੀ ਹਰ ਅਸੀਂ ਦੂਜੇ ਘਰ 'ਚ ਦਿਆਂਗੇ, ਇੱਕ ਘਰ ਛੱਡ ਕੇ, ਯਾਨੀ ਕਿ 25 ਲੱਖ ਰੁਜ਼ਗਾਰ ਕਿਹਾ ਸੀ। ਅਤੇ ਜਿਹੜੇ ਸੀ ਆਪ ਵਾਲੇ ਉਹ ਕਹਿੰਦੇ 20 ਲੱਖ ਦਿਆਂਗੇ, ਹੁਣ ਸਾਰੇ ਭੱਜ ਗਏ। ਹੁਣ ਅਕਾਲੀ ਦਲ ਨੇ ਕਿਹਾ ਸੀ 6 ਲੱਖ ਰੁਜ਼ਗਾਰ ਟੋਟਲ ਦਿਆਂਗੇ, ਕਾਂਗਰਸ ਨੇ ਕਿਹਾ 1 ਲੱਖ ਰੁਜ਼ਗਾਰ ਦਿਆਂਗੇ। ਸੋ ਇਹ ਜਿਹੜਾ ਗੱਲ ਹੈ ਵੀ ਰੁਜ਼ਗਾਰ ਤੋਂ ਸਾਰੇ ਭੱਜ ਰਹੇ ਨੇ, ਚਾਹੇ ਇਹ ਹੈ, ਚਾਹੇ B ਹੈ, ਚਾਹੇ C ਹੈ। ਜਿਹੜੇ ਹੈਗੀ ਹੈ BJP, ਉਹ ਕੁਝ ਜ਼ਿਆਦਾ ਤੇਜ਼ੀ ਨਾਲ ਭੱਜ ਰਹੀ ਹੈ, ਬਾਕੀ ਥੋੜ੍ਹੇ ਜਿਹੇ ਹੌਲੀ ਚੱਲ ਰਹੇ ਨੇ। ਹੁਣ ਇਹਨੂੰ ਬਚਾਉਣ ਦੇ ਵਾਸਤੇ ਜਿਵੇਂ ਕਿਸਾਨ ਅੰਦੋਲਨ ਸੀ, ਇਹ ਬਿਜਲੀ ਵਾਲਾ ਦਾ ਅੰਦੋਲਨ ਹੈ, ਕੋਈ ਹੋਰ ਅੰਦੋਲਨ ਹੋਣਗੇ, ਯੂਥ ਤੁਹਾਡੇ ਵਰਗੀ ਉੱਠੂਗੀ, ਮੀਡੀਆ ਉੱਠੇਗਾ, ਤਾਂ ਜਾ ਕੇ ਅਸੀਂ ਤਾਂ ਬੁੜੇ ਹਾਂ, ਅਸੀਂ ਤਾਂ ਮਦਦ ਕਰਨੀ ਹੈ ਤਾਂ ਕਿ ਦੇਸ਼ ਸਾਨੂੰ ਜਿਹੜਾ ਮਿਲਿਆ ਦੇਸ਼ ਇਹ, ਮੈਂ ਆਜ਼ਾਦ ਭਾਰਤ 'ਚ ਜੰਮਿਆ, 9 ਮਹੀਨੇ ਹੋਏ ਸੀ ਭਾਰਤ ਨੂੰ ਆਜ਼ਾਦ ਹੋਏ ਨੂੰ ਜਦ ਮੇਰਾ ਜਨਮ ਹੋਇਆ, 8 ਮਹੀਨੇ, ਅਤੇ ਮੈਂ ਉਸ ਆਜ਼ਾਦ ਭਾਰਤ ਦੇ ਵਿੱਚੋਂ ਹੀ ਪੜ੍ਹਿਆ। ਅਤੇ ਮੈਨੂੰ ਲੱਗਦਾ ਵੀ ਜਿਹੜੀ ਅਗਲੀ ਪੀੜ੍ਹੀ ਹੈ, ਹੁਣ ਸਾਡੀ ਜਿਹੜਾ ਜੀਵਨ ਹੈ ਉਸ ਪੀੜ੍ਹੀ ਵਾਸਤੇ ਹੈ ਵੀ ਸਾਨੂੰ ਜਦ ਆਜ਼ਾਦ ਮਿਲੇ ਸੀ, ਗੁਲਾਮ ਤਾਂ ਨਾ ਬਣਾ ਕੇ ਦੇ ਕੇ ਜਾਈਏ, ਬਿਹਤਰ ਨਾ ਬਣਾ ਸਕੀਏ ਉਹੀ ਜਿਹਾ ਤਾਂ ਦੇ ਦਈਏ। ਇਸ ਕਰਕੇ ਮੈਂ ਬੋਲ ਰਿਹਾ।
ਅੱਛਾ ਸਰ, ਇੱਕ ਹੋਰ ਅਹਿਮ ਸਵਾਲ ਹੁੰਦਾ ਕਿ ਜਿਵੇਂ ਬੀਜੇਪੀ ਦੀ ਗੱਲ ਕਰੀਏ, ਜਿਵੇਂ ਬੀਜੇਪੀ ਦੇ ਅਲੱਗ-ਅਲੱਗ ਤਰੀਕੇ ਨਾਲ ਸਟੇਟਮੈਂਟ ਆਉਂਦੀਆਂ ਨੇ ਕਿ ਪ੍ਰਾਈਵੇਟਕਰਨ ਤਾਂ ਕੀਤਾ ਗਿਆ ਕਿ ਹੋਰ ਕੰਮ ਤੇਜ਼ੀ ਨਾਲ ਹੋਊਗਾ, ਇਸ ਨੂੰ ਹੋਰ ਸਾਫ਼ ਸੁਥਰਾ ਕੀਤਾ ਜਾ ਸਕਦਾ, ਕਰਪਸ਼ਨ ਘੱਟ ਹੋ ਜੂਗੀ, ਇਹ ਕਿਵੇਂ ਤਰਕ ਦਿੰਦੇ ਨਜ਼ਰ ਆਉਂਦੇ ਨੇ? ਦੇਖੋ, ਇਹਨਾਂ ਨੇ ਬੈਂਕਾਂ ਨੂੰ ਪ੍ਰਾਈਵੇਟ ਕਰਿਆ। ਬੈਂਕਾਂ ਜਾ ਕੇ ਦੇਖੋ ਹਾਲ ਕੀ ਹੈ, ਜਿਹੜੇ ਪ੍ਰਾਈਵੇਟ ਬੈਂਕਾਂ ਕੀ ਕਰਦੀਆਂ ਨੇ, ਕਿੰਨਾ ਪੈਸਾ ਲੈਂਦੀਆਂ ਨੇ, ਕਿਵੇਂ ਹੁੰਦਾ ਹੈ, ਰੂਲ ਦੇਖ ਲਓ ਜਾ ਕੇ। ਇਹਨਾਂ ਨੇ ਇੰਸ਼ੋਰੈਂਸ ਪ੍ਰਾਈਵੇਟ ਅਲਾਓ ਕਰੀ, ਉਹ ਦੇਖ ਲਓ ਵੀ ਪ੍ਰਾਈਵੇਟ ਇੰਸ਼ੋਰੈਂਸ ਵਾਲਾ ਕਿਵੇਂ ਠੱਗੀਆਂ ਮਾਰਦਾ। ਇਹਨਾਂ ਨੇ ਆਹ ਜਿਹੜਾ ਬੈਂਕਾਂ 'ਚੋਂ ਲੋਨ ਹੈ ਉਹ ਤਾਂ ਪ੍ਰਾਈਵੇਟ ਹੀ ਲੈਂਦਾ ਨਾ। ਸੜਕਾਂ ਦੀ ਬਣਾਉਣ ਦਾ ਪ੍ਰਾਈਵੇਟ ਦਿੱਤੇ ਨੇ ਸਾਰੇ ਠੇਕੇ, ਦੇਖ ਲਓ ਟੋਲ ਕਿੰਨੇ ਲੱਗੇ ਤੇ ਸੜਕਾਂ ਕਿੰਨੀਆਂ ਕੁ ਟੁੱਟੀਆਂ ਹੁੰਦੀਆਂ ਨਾਲ ਦੀ ਨਾਲ, ਰਿਪੇਅਰ ਤਾਂ ਹੁੰਦੀ ਨਹੀਂ। ਸੋ ਇਹ ਕਹਿਣਾ ਕਿ ਪ੍ਰਾਈਵੇਟ ਠੀਕ ਕਰਦਾ ਹੈ, ਇਹ ਤਾਂ ਆਪਣੇ ਆਪ 'ਚ ਇੱਕ ਬਹੁਤ ਮਾੜੀ ਗੱਲ ਹੈ। ਇਹ ਤਾਂ ਸਾਨੂੰ ਲੱਗਦਾ ਹੁੰਦਾ ਹੈ ਵੀ ਜਿਵੇਂ ਜੇ ਅਸੀਂ ਸਕੂਲਾਂ ਦਾ ਹਾਲ ਦੇਖੇ, ਆਪਾਂ ਕਹਿੰਦੇ ਯਾਰ ਪ੍ਰਾਈਵੇਟ ਸਕੂਲ ਫਿਰ ਵਧੀਆ ਪੜ੍ਹਾ ਦਿੰਦੇ ਨੇ, ਸਰਕਾਰੀ ਪੜ੍ਹਾਉਂਦਾ ਨਹੀਂ। ਪ੍ਰਾਈਵੇਟ ਹਸਪਤਾਲ 'ਚ ਇਲਾਜ ਹੋ ਜਾਂਦਾ ਹੈ, ਇੱਥੇ ਇਲਾਜ ਨਹੀਂ ਹੁੰਦਾ। ਉਹ ਕੁਛ ਸੇਵਾਵਾਂ ਐਸੀਆਂ ਹੁੰਦੀਆਂ ਨੇ ਜਿੱਥੇ ਉੱਚ ਪੱਧਰੀ ਪੈਸਾ ਇਹ ਨਹੀਂ ਲਾਉਂਦੇ, ਜੇ ਲਾਉਂਦੇ ਨੇ ਤਾਂ ਮੁਲਾਜ਼ਮ ਇੰਨੇ ਇਹੋ ਜਿਹੇ ਹੁੰਦੇ ਨੇ ਵੀ ਉਹ ਕੰਮ ਨਹੀਂ ਕਰਨ ਨੂੰ ਤਿਆਰ ਹੁੰਦੇ, ਉਹਨਾਂ ਨੂੰ ਇਹ ਠੀਕ ਕੰਟਰੋਲ ਨਹੀਂ ਕਰਦੇ। ਨਹੀਂ, ਪ੍ਰਾਈਵੇਟ ਸੇਵਾਵਾਂ ਜਿਹੜੀਆਂ ਨੇ ਉਹ ਕਦੇ ਵੀ ਸਰਕਾਰੀ ਸੇਵਾਵਾਂ ਤੋਂ ਬਿਹਤਰ ਹੋ ਹੀ ਨਹੀਂ ਸਕਦੀਆਂ, ਉਨੀਆਂ ਸਸਤੀਆਂ ਨਹੀਂ ਹੋ ਸਕਦੀਆਂ। ਦੂਜੀ ਗੱਲ, ਸਰਕਾਰੀ ਸੇਵਾਵਾਂ ਦੇ ਵਿੱਚ ਇੱਕ ਸਾਨੂੰ ਜੇ ਅਸੀਂ ਇਹ ਗਿਣ ਲੱਗ ਜਾਈਏ ਵੀ ਰੋਟੀ ਜੇ ਆਪਾਂ ਹੋਟਲ ਤੋਂ ਲਾਇਆ ਕਰੀਏ, ਘਰ ਦਾ ਲਕਾ ਤੋਂ ਕੱਜੇ ਦੇ ਬੰਦ ਕਰਤਾ ਨਾ, ਹੌਲੀ ਹੌਲੀ ਹੋਟਲ ਦੀ ਵੀ ਮਹਿੰਗੀ ਹੋ ਜਾਣੀ ਹੈ। ਸੋ ਐਂ ਨਹੀਂ ਹੁੰਦਾ ਆਪਾਂ ਕਹੀਏ ਵੀ ਇਹ ਦਵਾਈ 'ਤੇ ਪੈਸੇ ਲਾ ਕੇ ਕੀ ਕਰਨੇ ਨੇ, ਜਿੰਨਾ ਕਿ ਘਰੇ ਪਿਆ ਰਹੇ ਬੱਚਾ, ਜਿੰਨੇ ਦਿਨਾਂ ਦੀ ਇਹਨੇ ਦਿਹਾੜੀ ਹੋਣੀ ਆ ਉਦੋਂ ਜ਼ਿਆਦਾ ਪੈਸੇ ਦਵਾਈ 'ਤੇ ਲੱਗ ਜਾ। ਐਂ ਨਹੀਂ ਚੱਲਦਾ ਹੁੰਦਾ ਸਮਾਜ। ਸਮਾਜ ਇਸ ਗੱਲ ਨਾਲ ਚੱਲਦਾ ਹੈ ਕਿ ਅਸੀਂ ਜਿਹੜਾ ਸਾਰਾ ਕੁਝ ਕਰਦੇ ਹਾਂ, ਇਹ ਕਾਹਦੇ ਵਾਸਤੇ ਕਰਦੇ ਹਾਂ? ਪਰਿਵਾਰ ਆਪਦੇ ਪਰਿਵਾਰ ਵਾਸਤੇ ਕਰਦਾ, ਫਿਰ ਕੋਈ ਪਿੰਡ ਆਪਦੇ ਪਿੰਡ ਵਾਸਤੇ ਕਰਦਾ, ਸ਼ਹਿਰ ਵਾਸਤੇ ਕਰਦਾ, ਜ਼ਿਲ੍ਹੇ ਵਾਸਤੇ, ਸਟੇਟ ਵਾਸਤੇ। ਅਸੀਂ ਲੋਕਾਂ ਵਾਸਤੇ ਕਰ ਰਹੇ ਹਾਂ। ਜੇ ਲੋਕ ਹੀ ਉਹਦੇ 'ਚੋਂ ਮਾਈਨਸ ਹੋਈ ਜਾਣੇ ਨੇ, ਲੋਕ ਮਰੀ ਜਾਣੇ ਨੇ, ਲੋਕਾਂ ਨੂੰ ਮਿਲਣਾ ਕੁਛ ਨਹੀਂ, ਕੁਛ ਚੰਦ ਬੰਦਿਆਂ ਨੂੰ ਉੱਤੇ ਮਿਲਣਾ, ਫਿਰ ਨਜਾਇਜ਼ ਹੈ। ਬਾਬੇ ਨਾਨਕ ਨੇ ਹੋਰ ਕੀ ਕਿਹਾ ਵੀ ਮਲਕ ਭਾਗੋਆਂ ਦੇ ਖਿਲਾਫ ਲੜਨਾ ਹੈ, ਭਾਈ ਲਾਲੋਆਂ ਦੇ ਨਾਲ ਖੜਨਾ। ਬਸ ਇੰਨੀ ਤਾਂ ਗੱਲ ਹੈ ਸਾਰੀ। ਇਹ ਮਲਕ ਭਾਗੋਆਂ ਦੇ ਨਾਲ ਖੜੇ ਨੇ। ਅੱਜ ਜਿਹੜੀ ਸਰਕਾਰ ਹੈ, ਵੈਸੇ ਤਾਂ ਸਾਰੀਆਂ ਸਰਕਾਰਾਂ, UPA ਨੇ ਵੀ ਇਹੀ ਕੁਛ ਕਰਿਆ ਸੀ, ਪਰ BJP ਦੀ ਸਰਕਾਰ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ, ਬਿਲਕੁਲ ਦਲ ਕੇ, ਕਾਨੂੰਨ ਦੀ ਕੋਈ ਪਰਵਾਹ ਨਹੀਂ। ਔਰ ਭਗਵਾਂ ਕਰਨ ਜਿਹਨੂੰ ਕਹਿੰਦੇ ਨੇ ਇਹ ਕਰਦੇ ਹੈ, ਉਹ ਆ ਰਿਹਾ ਵੀ ਇਹਨਾਂ ਨੇ ਹੁਣ ਸਾਰਾ ਸੰਵਿਧਾਨ ਬਦਲ ਦੇਣਾ, ਨਾ ਵੀ ਬਦਲੂ ਉਹੀ ਪਾਸ ਕਰਨਾ ਵੀ ਅਸੀਂ ਤਾਂ ਹੀ ਮੰਨਾਂਗੇ। ਸੋ ਇਹਨਾਂ ਨੇ ਲੋਕਾਂ ਨੂੰ ਹਿੰਦੂ ਮੁਸਲਮਾਨ ਦੇ ਨਾਂ 'ਤੇ ਵੰਡ ਕੇ, ਜਾਤ ਪਾਤ ਦੇ ਨਾਂ 'ਤੇ ਵੰਡ ਕੇ, ਲੋਕਾਂ ਨੂੰ ਡਰਾਵੇ ਦੇ ਕੇ, ਲੋਕਾਂ ਦੇ ਉੱਤੇ ਨਜਾਇਜ਼ ਕੇਸ ਬਣਾ ਕੇ ਇਹਨਾਂ ਨੇ ਦੇਸ਼ ਨੂੰ ਵੇਚਣਾ। ਇਹ ਵੇਚਣ ਤੁਰੇ ਹੋਏ ਨੇ, ਆਪਦੇ ਨਿੱਜੀ ਹਿੱਤ 'ਚ ਵੇਚ ਰਹੇ ਨੇ। ਇਹਨਾਂ ਦਾ ਕੋਈ ਕੰਸਰਨ ਨਹੀਂ ਵੀ ਇਹ ਦੇਸ਼ ਵਿੱਚ, ਇਹ ਨਾਮ ਰਾਸ਼ਟਰਵਾਦ ਦਾ ਦਿੰਦੇ ਨੇ। ਅੱਛਾ ਸਰ, ਹੁਣ ਜਿਵੇਂ ਜ਼ਿਕਰ ਕਰੀਏ ਆਪਾਂ ਪ੍ਰਾਈਵੇਟ ਕਰਨ ਦਾ, ਪਰ ਜੋ ਕਿਸਾਨੀ ਅੰਦੋਲਨ ਵਿੱਚ ਬਾਰ-ਬਾਰ ਇਹ ਚੀਜ਼ ਕਹੀ ਗਈ ਸੀ ਕਿ ਵਾਦੀ ਸਭ ਦੀ ਆਣੀ ਹੈ, ਕਿਸਾਨਾਂ ਨੇ ਚਲੋ ਉਹ 3 ਕਾਨੂੰਨ ਜਿਹੜੇ ਹੈਗੇ ਨੇ ਬੈਠ ਕੇ ਰੱਦ ਕਰਵਾ ਲਏ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਰੇਲਵੇ ਦੀ ਗੱਲ ਕਰੀਏ, ਕੁਛ ਰੇਲਵੇ ਵੀ ਪ੍ਰਾਈਵੇਟ ਹੋ ਗਿਆ। ਜੇ ਸਭ ਕੁਛ ਪ੍ਰਾਈਵੇਟ ਹੋਊਗਾ, ਕਹਿੰਦੇ ਵੀ ਇੱਕ ਸਭ ਤੋਂ ਵਧੀਆ ਤੇ ਸਸਤੀ ਸਹੂਲਤ ਹੈਗੀ ਰੇਲਵੇ। ਜੇ ਸਾਰਾ ਹੀ ਰੇਲਵੇ ਕਰਨ ਪ੍ਰਾਈਵੇਟ ਹੋ ਜਾਂਦਾ, ਜਿਹੜਾ ਆਮ ਵਿਅਕਤੀ ਟਿਕਟ ਖਰੀਦਦਾ ਰੇਲਵੇ ਦੀ, ਫਿਰ ਉਹ ਕਿੱਧਰ ਨੂੰ ਜਾਊਗਾ? ਉਹ ਤਾਂ ਨਹੀਂ ਸਫ਼ਰ ਕਰ ਪਾਊਗਾ, ਫਿਰ ਸਫ਼ਰ ਕਰ ਹੀ ਨਹੀਂ ਪਾਏਗਾ। ਪਹਿਲਾਂ ਕੀ ਪ੍ਰਾਈਵੇਟ ਨਹੀਂ ਸੀ? ਪਹਿਲਾਂ ਜਦ ਰੇਲਵੇ ਪ੍ਰਾਈਵੇਟ ਸੀ ਉਦੋਂ ਆਮ ਬੰਦਾ ਥੋੜ੍ਹਾ ਜਾ ਸਕਦਾ ਸੀ ਰੇਲ 'ਚ, ਉਦੋਂ ਕੋਲ ਟਿਕਟ ਦੇ ਪੈਸੇ ਨਹੀਂ ਹੁੰਦੇ ਸੀ। ਸੋ ਉਹ ਗੱਲ ਠੀਕ ਹੈ, ਗੁਰੂ ਸਾਹਿਬ ਨੇ ਕਿਹਾ ਹੈ ਪੜੋਸੀ ਕੋ ਜੋ ਹੁਆ ਤੂੰ ਆਪਣੇ ਵੀ ਜਾਣ। ਜੋ ਕਿਸਾਨਾਂ ਨੇ ਕਿਹਾ ਸੀ ਵੀ ਜੋ ਸਾਡੇ ਨਾਲ ਹੋ ਰਹੀ ਹੈ ਤੁਹਾਡੇ ਨਾਲ ਵੀ ਹੋਣ ਵਾਲੀ ਹੈ, ਇਹ ਸੱਚੀ ਗੱਲ ਹੈ। ਸੋ ਇਸ ਕਰਕੇ ਜੇ ਬੋਲਣਾ ਕਿਉਂ ਜ਼ਰੂਰੀ ਹੈ, ਕਿਸੇ ਕਵੀ ਨੇ ਕਿਹਾ, ਕਹਿੰਦਾ ਉਹ ਆਏ, ਉਹਨਾਂ ਨੇ ਮੁਸਲਮਾਨਾਂ ਨੂੰ ਮਾਰਤਾ, ਕਹਿੰਦਾ ਮੈਂ ਬੋਲਿਆ ਨਹੀਂ ਕਿਉਂਕਿ ਉਹ ਤਾਂ ਮੁਸਲਮਾਨ ਸੀਗੇ, ਮੈਂ ਤਾਂ ਮੁਸਲਮਾਨ ਹੈ ਨਹੀਂ। ਫਿਰ ਉਹਨਾਂ ਨੇ ਮਾਰਤਾ ਜਿਹੜੇ ਵਿਦਵਾਨ ਸੀਗੇ, ਕਹਿੰਦਾ ਮੈਂ ਬੋਲਿਆ ਨਹੀਂ ਕਿਉਂਕਿ ਵਿਦਵਾਨ ਸੀ, ਮੈਂ ਤਾਂ ਵਿਦਵਾਨ ਹੈ ਨਹੀਂ। ਫਿਰ ਉਹਨਾਂ ਨੇ ਮਾਰਤੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਸੀ, ਕਹਿੰਦਾ ਮੈਂ ਬੋਲਿਆ ਨਹੀਂ ਕਿਉਂਕਿ ਉਹ ਤਾਂ ਸ਼ਹਿਰਾਂ 'ਚ ਰਹਿੰਦੇ ਨੇ, ਮੈਂ ਤਾਂ ਸ਼ਹਿਰ 'ਚ ਰਹਿੰਦਾ ਨਹੀਂ। ਫਿਰ ਕਹਿੰਦਾ ਉਹਨਾਂ ਨੇ ਮਾਰਤੇ ਵੀ ਜਿਨ੍ਹਾਂ ਨੇ ਕਾਲੇ ਕੱਪੜੇ ਪਾਏ ਸੀ, ਕਹਿੰਦਾ ਮੈਂ ਕਿਹਾ ਮੈਂ ਤਾਂ ਕਾਲੇ ਕੱਪੜੇ ਪਾਉਂਦਾ ਨਹੀਂ, ਮਾਰਤੇ। ਸੋ ਕਹਿੰਦਾ ਫਿਰ ਜਦ ਮੈਨੂੰ ਮਾਰਨ ਆਏ ਉਹ, ਉਦੋਂ ਬੋਲਣ ਵਾਲਾ ਕੋਈ ਨਹੀਂ ਰਿਹਾ ਸੀ। ਇਹ ਹਾਲ ਤਾਂ ਐਂ ਹੋ ਜਾਣਾ ਵੀ ਇਕੱਲਾ ਕਰਕੇ ਮਾਰੀ ਜਾਣਾ, ਅਤੇ ਮੁੜ ਕੇ ਜਿਹੜੇ ਚੁੱਪ ਨੇ ਉਹਨਾਂ ਨੂੰ ਬਚਾਉਣ ਵਾਲਾ, ਬੋਲਣ ਵਾਲਾ ਕੋਈ ਰਹਿਣਾ ਹੀ ਨਹੀਂ ਉਸ ਵੇਲੇ। ਸੋ ਅੱਜ ਸਾਡੀ ਲੋੜ ਹੈ ਕਿ ਅਸੀਂ ਬੋਲੀਏ, ਅਸੀਂ ਗੱਲ ਕਰੀਏ, ਕਿਉਂਕਿ ਇਹ ਦੇਸ਼ ਹੈ ਜਿਹੜਾ, ਇਹ ਦੇਸ਼ BJP ਦਾ ਨਹੀਂ, ਇਹ ਕਾਂਗਰਸ ਦਾ ਨਹੀਂ, ਇਹ ਦੇਸ਼ ਲੋਕਾਂ ਨੇ ਸਿਰ ਦੇ ਕੇ ਆਜ਼ਾਦੀ ਲਈ ਹੈ, ਇਹਨੂੰ ਬਚਾਇਆ। ਇਹ 5000 ਸਾਲ ਤੋਂ ਜਿਉਂਦਾ ਆ ਰਿਹਾ, ਇਹਦੀ ਬੜੀ ਵੱਡੀ ਸੱਭਿਅਤਾ ਹੈ, ਇਹਦਾ ਬੜਾ ਵੱਡਾ ਸੱਭਿਆਚਾਰ ਹੈ, ਇਹਦੇ ਕੋਲ ਬੜੀ ਵੱਡੀ ਰੂਹਾਨੀ ਸ਼ਕਤੀ ਹੈ, ਜਿਸਮਾਨੀ ਸ਼ਕਤੀ ਹੈ। ਇਹਨੂੰ ਬਚਾਉਣਾ ਸਾਡੇ ਸਾਰਿਆਂ ਦਾ ਫਰਜ਼ ਹੈ। ਅਤੇ ਜਿਹੜਾ ਵੀ ਲੁਟੇਰਾ, ਚਾਹੇ ਉਹ ਹਿੰਦੂਆਂ ਦਾ ਭੇਸ ਧਾਰ ਕੇ ਆਵੇ, ਚਾਹੇ ਮੁਸਲਮਾਨਾਂ ਦਾ ਭੇਸ ਧਾਰ ਕੇ ਆਵੇ, ਚਾਹੇ ਈਸਾਈਆਂ ਦਾ, ਚਾਹੇ ਸਿੱਖਾਂ ਦਾ, ਜਿਹੜਾ ਵੀ ਲੁਟੇਰਾ ਇੱਥੇ ਆਵੇ, ਜਿਹੜੇ ਮਰਜ਼ੀ ਭੇਸ 'ਚ ਆਵੇ, ਜਿਹੜੀ ਮਰਜ਼ੀ ਪਾਰਟੀ ਦੇ ਰੂਪ 'ਚ ਆਵੇ, ਜਿਹੜੀ ਮਰਜ਼ੀ ਸੱਤਾ ਦੇ ਰੂਪ 'ਚ ਆਵੇ,
ਉਸ ਦਾ ਅਸੀਂ ਮੁਕਾਬਲਾ ਕਰਨਾ ਹੈ। ਸਰ ਇੱਕ ਮੇਰਾ ਆਖਰੀ ਸਵਾਲ ਹੈ ਕਿ ਜਿਸ ਤਰੀਕੇ ਨਾਲ ਧਰਮ ਦੇ ਨਾਂ ਨੂੰ ਲੈ ਕੇ ਜਾਂ ਜਿਸ ਤਰੀਕੇ ਨਾਲ ਕਵੰਡੀਆਂ ਪਾ ਕੇ ਇਹ ਸੱਤਾ ਚਲਦੀ ਪਈ ਹੈ ਜਾਂ ਸੱਤਾ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਲੱਗਦਾ ਕਿ ਜਿਹੜਾ ਯੂਥ ਹੈ ਉਸ ਨੂੰ ਭਟਕਾਇਆ ਜਾ ਰਿਹਾ ਵੀ ਉਹ ਉਸ ਮੁੱਦਿਆਂ ਵੱਲ ਖਿਆਲ ਨਾ ਕਰਨ ਜਿਹੜੇ ਮੁੱਦੇ ਦੇਸ਼ ਲਈ ਅਹਿਮ ਨੇ। ਦੇਖੋ ਭਟਕਾਉਂਦੇ ਨੇ ਔਰ ਇਹਨਾਂ ਦਾ ਹੱਕ ਹੈ ਭਟਕਾਉਣਾ, ਕਿਉਂਕਿ ਇਹਨਾਂ ਦਾ ਕੰਮ ਹੀ ਇਹ ਹੈ। ਕਿਸਾਨੀ ਅੰਦੋਲਨ 'ਚ ਇਹਨਾਂ ਨੇ ਭਟਕਾਉਣ ਦੀ ਕੋਸ਼ਿਸ਼ ਕਰੀ, ਕਿੰਨੀ ਕੁ ਯੂਥ ਨੂੰ ਭਟਕਾ ਸਕੇ? ਭਟਕਾਇਆ ਤਾਂ ਸੀਗਾ, ਪਰ ਕਿੰਨੀ ਕੁ ਨੂੰ ਉੱਥੇ ਉਹੀ ਯੂਥ ਹੀ ਸੀ ਉੱਥੇ ਜਿਹੜੀ ਬਜ਼ੁਰਗਾਂ ਨੂੰ ਚੁੱਕ ਕੇ ਗੱਡੇ 'ਚੋਂ ਸੁੱਕੇ 'ਚ ਪਾਉਂਦੀ ਸੀ। ਉਹ ਯੂਥ ਹੀ ਸੀ ਜਿਹੜੀ ਸਿਕਿਉਰਿਟੀ ਕਰਦੀ ਸੀ। ਉਹ ਯੂਥ ਹੀ ਸੀ ਜਿਨ੍ਹਾਂ ਨੇ ਸਾਂਝੀ ਸੱਥ ਖੋਲ੍ਹੀ ਹੋਈ ਸੀ। ਉਹ ਯੂਥ ਹੀ ਸੀ ਜਿਹੜੀ ਉੱਥੇ ਲੰਗਰ ਛਕਾਉਂਦੀ ਸੀ। ਉਹ ਯੂਥ ਹੀ ਸੀ ਜਿਹੜੀ ਬਿਮਾਰਾਂ ਦਾ ਇਲਾਜ ਕਰਾਉਂਦੀ ਸੀ। ਉਹ ਯੂਥ ਹੀ ਸੀ ਜਿਹੜੀ ਉੱਥੇ ਗਿੱਧੇ ਭੰਗੜੇ ਵੀ ਪਾਉਂਦੀ ਸੀ। ਉਹ ਯੂਥ ਹੀ ਸੀ ਜਿਹੜੀ ਉੱਥੇ ਸਫਾਈ ਕਰਦੀ ਸੀ। ਸੋ ਯੂਥ ਨੂੰ ਸਾਰੀ ਨੂੰ ਨਹੀਂ ਭੜਕਾਇਆ ਜਾ ਸਕਦਾ। ਆ ਚੋਣਾਂ ਵੇਲੇ ਨਹੀਂ ਭੜਕਾ ਸਕੇ। ਨਾਅਰੇ ਲੱਗੇ ਖਾਲਿਸਤਾਨ ਦੇ, ਥੋੜ੍ਹੇ ਸਾਰੇ ਯੂਥ ਖਾਲਿਸਤਾਨ ਦੇ ਨਾਅਰੇ ਲਾਉਣ ਲੱਗੀ ਸੀ। ਸੋ ਇਸ ਕਰਕੇ ਜਿਹੜੀਆਂ ਏਜੰਸੀਆਂ ਨੇ, ਜਿਹੜੀ ਸਰਕਾਰ ਹੈ, ਰਾਜ ਕਰਨ ਵਾਲਾ, ਇਹ ਲਾਲਾ ਹਰਦਿਆਲ ਦੀ ਗੱਲ ਤੁਸੀਂ ਸੁਣੀ ਹੋਏਗੀ। ਲਾਲਾ ਹਰਦਿਆਲ ਇੱਕ ਲਾਈਨ ਲਿਖ ਕੇ ICS 'ਚੋਂ ਕਲੀਅਰ ਕਰ ਗਿਆ ਸੀ। ਉਹਦੇ 'ਚ ਪੁੱਛਿਆ ਗਿਆ ਸੀ ਸਵਾਲ ਵੀ ਅੰਗਰੇਜ਼ ਭਾਰਤ 'ਤੇ ਰਾਜ ਕਿਵੇਂ ਕਰਦੇ ਨੇ? ਉਹਨੇ ਕੁਛ ਨਹੀਂ ਕਿਹਾ, ਡਿਵਾਈਡ ਐਂਡ ਰੂਲ, ਪਾੜੋ ਅਤੇ ਰਾਜ ਕਰੋ। ਇਹ ਉਦੋਂ ਕਾਲੇ ਅੰਗਰੇਜ਼ ਆ ਗਏ, ਇਹ ਹੋਰ ਜ਼ਿਆਦਾ ਡਿਵਾਈਡ ਕਰਕੇ ਕਰਦੇ ਨੇ। ਸੋ ਇਸ ਕਰਕੇ ਡਿਵਾਈਡ ਕਰਕੇ ਰਾਜ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੈ। ਪਰ ਹੁਣ ਲੋਕਾਂ ਨੂੰ ਕਿਸਾਨ ਅੰਦੋਲਨ 'ਚ ਅੱਜ ਵੀ ਮੈਨੂੰ ਕੋਈ ਬੰਦਾ ਕਹਿੰਦਾ ਜੀ ਹੁਣ ਤਾਂ ਕਹਿੰਦਾ ਲੋਕਾਂ ਨੂੰ ਐਂ ਵਿਸ਼ਵਾਸ ਹੋ ਗਿਆ ਵੀ ਅਸੀਂ ਵੀ ਲੜ ਸਕਦੇ ਹਾਂ। ਇਹਨਾਂ ਨੇ 30 ਸਾਲ 'ਚ ਉਹਨਾਂ ਦੀ ਲੜਨ ਦੀ ਸ਼ਕਤੀ ਖਤਮ ਕਰਤੀ ਸੀ। ਅੱਜ ਲੋਕਾਂ ਨੂੰ ਇਹ ਪਤਾ ਲੱਗਾ ਅਸੀਂ ਲੜ ਸਕਦੇ ਹਾਂ ਔਰ ਲੜ ਕੇ ਅਸੀਂ ਮੁੱਦੀ ਵਰਗੇ ਹਾਕਮ ਨੂੰ ਜੇ ਝੁਕਾ ਸਕਦੇ ਹਾਂ, ਫਿਰ ਅਸੀਂ ਕਿਸੇ ਵੀ ਤਾਕਤ ਨੂੰ ਝੁਕਾ ਸਕਦੇ ਹਾਂ। ਲੋਕ ਸ਼ਕਤੀ ਅੱਗੇ ਕੋਈ ਵੀ ਝੁਕੇਗਾ। ਸੋ ਇਹ ਜਿਹੜੀ ਤੁਹਾਡੀ ਗੱਲ ਹੈ, ਸਵਾਲ ਤੁਹਾਡਾ ਜਾਇਜ਼ ਹੈ, ਕਿਉਂਕਿ ਯੂਥ ਭਟਕਦੀ ਹੈ। ਪਰ ਹੁਣ ਯੂਥ ਨੂੰ ਓਨਾ ਨਹੀਂ ਭਟਕਾਇਆ ਜਾ ਸਕਦਾ ਜਿੰਨਾ ਅੱਜ ਤੋਂ ਸਾਲ ਪਹਿਲਾਂ ਭਟਕਾਇਆ ਜਾ ਸਕਦਾ ਸੀ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਡਾਕਟਰ ਪਹਿਲ ਵਾਲਾ ਗੱਲ ਇੰਟਰੋ ਕਰਨ ਦਾ ਮਕਸਦ ਇਹ ਸੀ ਕਿ ਨਿੱਜੀਕਰਨ ਨੂੰ ਲੈ ਕੇ ਜਿਸ ਤਰੀਕੇ ਨਾਲ ਚੰਡੀਗੜ੍ਹ ਵਿੱਚ ਪਿਛਲੇ 1.5 ਦਿਨ ਤੋਂ ਬਿਜਲੀ ਨਹੀਂ ਹੈ ਤੇ ਉਸ ਤੋਂ ਪਹਿਲਾਂ ਕਿਸਾਨੀ ਅੰਦੋਲਨ ਲੱਗਦਾ ਬਾਬਾ ਸਟੇਜਾਂ ਤੋਂ ਕਿਹਾ ਗਿਆ ਅੱਜ ਕਿਸਾਨਾਂ ਦੀ ਵਾਰੀ ਆ, ਕੱਲ੍ਹ ਨੂੰ ਤੁਹਾਡੀ ਵਾਰੀ ਆ ਜਾਣੀ ਹੈ। ਉਸ ਤੋਂ ਬੈਂਕਾਂ ਵਾਲੇ ਦੀ ਵਾਰੀ ਆਈ, ਅੱਜ ਫਿਰ ਬਿਜਲੀ ਵਾਲੇ ਦੀ ਵਾਰੀ ਆ ਗਈ ਹੈ, ਕੱਲ੍ਹ ਨੂੰ ਕਿਸੇ ਹੋਰ ਅਦਾਰੇ ਦੀ ਵਾਰੀ ਆ ਜਾਣੀ ਹੈ। ਤਾਂ ਦੂਸਰੇ ਪਾਸੇ ਦੇਖਾਂਗੇ ਕਦੋਂ ਇਹ ਮਸਲਾ ਨਿਬੜਦਾ ਹੈ, ਕਿਉਂਕਿ ਬਿਜਲੀ ਮਹਿਕਮੇ ਵਾਲਿਆਂ ਨੇ ਕਹਿਤਾ ਜਦ ਤੱਕ ਉਹ ਲੀਕ ਨਹੀਂ ਫੇਰ ਦਿੰਦੇ ਕਿ ਬਿਜਲੀ ਪ੍ਰਾਈਵੇਟ ਨਹੀਂ ਹੋਏਗੀ ਤਦ ਤੱਕ ਉਹ ਧਰਨਾ ਜਾਰੀ ਰੱਖਣਗੇ। 3 ਦਿਨ ਦਾ ਧਰਨੇ ਦੀ ਕਾਲਿੰਗ ਦਿੱਤੀ ਗਈ ਹੈ, 1.5 ਦਿਨ ਬੀਤਿਆ। ਦੇਖਦੇ ਹਾਂ ਕਿ ਪ੍ਰਸ਼ਾਸਨ ਮੰਨ ਪਾਊਗਾ ਕਿ ਧਰਨਾ ਇੱਦਾਂ ਹੀ ਚੱਲਦਾ ਰਹੂਗਾ।